ਮੈਨੂੰ ਦੱਸੋ ਵੀ ਉਸ ਟਾਈਮ ਤੇ ਮਾਹੌਲ ਬਹੁਤ ਨਾਜ਼ੁਕ ਸੀ। ਉਸ ਟਾਈਮ ਤੇ ਸਰਦਾਰ ਲੱਖਾ ਸਿੰਘ ਤੇ ਕਿੰਨੀ ਕੁ ਵਾਰੀ ਹਮਲੇ ਹੋਏ ਸੀ? ਸਰ ਡੈਡੀ ਹੁਣਾਂ ਦੇ ਹਲਕਾ ਖਡੂਰ ਸਾਹਿਬ ਦੇ ਵਿੱਚ ਪਿੰਡ ਵੈਰੋਵਾਲ ਅੱਤਵਾਦੀ ਹਮਲਾ ਹੋਇਆ ਸੀਗਾ ਅਤੇ ਉਹਦੇ ਵਿੱਚ ਡੈਡੀ ਹੁਣਾਂ ਨੂੰ ਗੰਭੀਰ ਜ਼ਖਮੀ ਉਹਨਾਂ ਨੇ ਲੱਤ 'ਚ 4 ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਤਾ ਸੀ। ਇੱਕ ਸਾਡਾ ਵਰਕਰ ਸੀ, ਉਹਨੂੰ ਵੀ ਇਹਨਾਂ ਨੇ ਡੈਥ ਹੋ ਗਈ ਉਹਦੀ ਵੀ। ਇੱਕ ਸਾਡਾ ਗਨਮੈਨ ਸੀ, ਉਦੋਂ ਗਨਮੈਨ 'ਚ ਉਹਨਾਂ ਨੇ ਗੋਲੀ ਮਾਰਤੀ ਸੀਗੀ, ਉਹ ਵੀ ਹਸਪੀਟਲ ਆ ਕੇ ਡੈਥ ਹੋ ਗਈ ਵਾ। ਸਰ ਜਦੋਂ ਡੈਡੀ ਹੁਣੀ 1980 'ਚ ਐਮਐਲਏ ਬਣੇ ਨੇ, ਸਭ ਤੋਂ ਪਹਿਲਾਂ ਇਸ ਘਰ ਦੇ ਵਿੱਚ ਸਰਦਾਰ ਦਰਬਾਰਾ ਸਿੰਘ ਜੀ ਸੀਐਮ ਸਾਹਿਬ ਜਦੋਂ ਬਣੇ ਇਸ ਘਰ 'ਚ ਆਏ ਸੀਗੇ। ਹਾਂਜੀ, ਅਤੇ ਉੱਥੋਂ ਆਪਣਾ ਸਰਦਾਰ ਮਨਜਿੰਦਰਜੀਤ ਸਿੰਘ ਬਿੱਟਾ ਜੀ ਇਸ ਘਰ ਦੇ ਵਿੱਚ ਆਏ ਨੇ, ਅਤੇ ਸਰਦਾਰ ਬੇਅੰਤ ਸਿੰਘ ਜੀ 1992 'ਚ ਜਦੋਂ ਸੀਐਮ ਸਾਹਿਬ ਬਣੇ ਨੇ ਉਹ ਵੀ ਇਸ ਘਰ ਦੇ ਵਿੱਚ ਆਏ ਨੇ। ਦੇਖ ਰਹੇ ਹਾਂ ਵੀ ਜੇਕਰ ਕੋਈ ਸਰਪੰਚ ਵੀ ਰਾਜਨੀਤੀ ਵੀ ਜਾਂਦਾ ਵਾ ਤੇ ਉਸ ਦੇ ਘਰ ਦੇ ਹਾਲਾਤ ਬਹੁਤ ਚੰਗੇ ਹੁੰਦੇ ਨੇ। ਪਰ ਅਸੀਂ ਦੇਖਦੇ ਹਾਂ ਵੀ ਐਮਐਲਏ ਰਹੇ ਨੇ ਸਰਦਾਰ ਲੱਖਾ ਸਿੰਘ 40 ਸਾਲ ਪਾਰਟੀ ਦੀ ਸੇਵਾ ਕੀਤੀ ਨੇ, ਅੱਜ ਹਾਲਾਤ ਕਿਉਂ ਵੱਧ ਤੋਂ ਬੱਤਰ ਹੋਏ ਪਏ ਨੇ ਪਰਿਵਾਰ? ਸਰ ਬੇਨਤੀ ਇਹ ਆ ਵੀ ਵੇਖੋ, ਡੈਡੀ ਹੁਣੀ ਜੋ ਮਰਜ਼ੀ ਇਸ ਘਰ ਦੇ ਵਿੱਚ ਬਣਾ ਸਕਦੇ, ਇਹ ਇੱਥੋਂ ਛੋੜਾ ਭਾਵੇਂ ਚੰਡੀਗੜ੍ਹ ਕੋਠੀ ਪਾ ਸਕਦੀ ਉਸ ਸਮੇਂ ਦੇ ਵਿੱਚ, ਪਰ ਉਹਨਾਂ ਨੇ ਆਪਣੀ ਜਿਹੜੀ ਆ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਪਾਰਟੀ ਵੱਲੋਂ ਜਾਂ ਜਿੱਦਾਂ ਵੀ ਉਹਨਾਂ ਨੇ ਆਪਣੀ ਇਮਾਨਦਾਰੀ ਦੇ ਨਾਲ ਸੇਵਾ ਕੀਤੀ। ਸਾਨੂੰ ਵੀ ਪਤਾ ਲੱਗਾ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਜਿਹੜੇ ਕੈਪਟਨ ਦੇ ਸੀ ਚਿੱਠੀ ਲਿਖੀ ਸੀ ਦਰਸੇ ਆਧਾਰ 'ਤੇ ਨੌਕਰੀ ਵਾਸਤੇ, ਉਹ ਮਨਜ਼ੂਰ ਹੋਈ ਹੈ ਕਿ ਨਹੀਂ ਹਜੇ ਤੱਕ? ਨਹੀਂ ਸਰ, ਮਤਲਬ ਮੈਂ ਆਪਣੇ ਜਿਹੜੀ ਤਰਸ ਦੇ ਆਧਾਰ 'ਤੇ ਜਿਹੜੀ ਚਿੱਠੀ ਲਿਖੀ, ਸਾਨੂੰ ਸੀਐਮ ਸਾਹਿਬ 'ਤੇ ਪੂਰਾ ਵਿਸ਼ਵਾਸ ਆ ਕਿ ਸਾਡੀ ਜਿਹੜੀ ਗੁਜ਼ਾਰ ਵਾ, ਸਾਡੀ ਤਰਸ ਦੇ ਆਧਾਰ 'ਤੇ ਜਿਹੜੀ ਸਾਡੀ ਬੇਨਤੀ ਅਸੀਂ ਸੀਐਮ ਸਾਹਿਬ ਨੂੰ ਕੀਤੀ ਹੈ ਜਾਂ ਕਿੱਦਾਂ ਵੀ ਆ, ਤੇ ਸਾਡੀ ਜਿਹੜੀ ਪ੍ਰਵਾਨ ਕਰਨਗੇ। ਪ੍ਰਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਅਕਸਰ ਕਿਹਾ ਜਾਂਦਾ ਵੀ ਰਾਜਨੀਤੀ ਅਜਿਹੀ ਚੀਜ਼ ਆ, ਜਿਹੜਾ ਵੀ ਰਾਜਨੀਤੀ 'ਚ ਪੈਂਦਾ ਵਾ ਉਸ ਦੀਆਂ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਜਿਹੜੀ ਆ ਉਹ ਸਵਰ ਜਾਂਦੀ ਆ। ਪਰ ਅੱਜ ਤੁਹਾਨੂੰ ਜੇ ਇੱਕ ਰਾਜਨੇਤਾ ਦੇ ਘਰ ਲੈ ਕੇ ਚੱਲੇ ਹਾਂ, ਅੰਮ੍ਰਿਤਸਰ ਦੇ ਸਰਦਾਰ ਲੱਖਾ ਸਿੰਘ ਜਿਹੜੇ ਕਿ ਐਮਐਲਏ ਹਲਕਾ ਖਡੂਰ ਸਾਹਿਬ ਦੇ ਸਨ 1980 ਵਿੱਚ ਸੀ, ਪਰ ਘਰ ਦੇ ਹਾਲਾਤ ਜਿਹੜੇ ਨੇ ਵੱਧ ਤੋਂ ਬੱਤਰ ਨੇ। ਆਓ ਗੱਲਬਾਤ ਕਰਦੇ ਅੰਦਰ ਆ ਕੇ ਅਤੇ ਪਰਿਵਾਰ ਦੇ ਤੁਹਾਨੂੰ ਹਾਲਾਤ ਦਿਖਾਉਂਦੇ ਘਰ ਦੇ ਕਿਸ ਤਰ੍ਹਾਂ ਜਿਹੜਾ ਕਿ ਸਾਨੂੰ 1980 ਵਿੱਚ ਸਰਦਾਰ ਲੱਖਾ ਸਿੰਘ ਜਿਹੜੇ ਕਿ ਐਮਐਲਏ ਸੀ ਖਡੂਰ ਸਾਹਿਬ ਦੇ। ਪਰ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਘਰ ਜਿਹੜਾ ਵਾ ਵੱਧ ਤੋਂ ਬੱਤਰ ਜ਼ਿੰਦਗੀ ਜਿਹੜੀ ਆ ਪਰਿਵਾਰ ਬਤੀਤ ਕਰ ਰਿਹਾ ਵਾ। ਇੱਧਰ ਦੇਖੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜਾ ਵਾ ਘਰ ਦੇ ਜਿਹੜੇ ਹਾਲਾਤ ਜਿਹੜੇ ਨੇ ਇੰਨੇ ਮਾੜੇ ਕਿਉਂ ਆ। ਰਾਜਨੀਤੀ ਵਿੱਚ 40 ਸਾਲ ਜਿਹੜੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਨੇ। ਤੁਸੀਂ ਤਸਵੀਰਾਂ ਦੇਖ ਰਹੇ ਹੋ ਸਰਦਾਰ ਲੱਖਾ ਸਿੰਘ ਜਿਹੜੇ ਕਿ ਐਮਐਲਏ ਸੀ ਸਾਨੂੰ 1980 ਵਿੱਚ ਹਲਕਾ ਖਡੂਰ ਸਾਹਿਬ ਦੇ, ਅਤੇ ਕਿਸ ਤਰ੍ਹਾਂ ਜਿਹੜੀ ਆ ਘਰ ਦੇ ਜਿਹੜੀ ਹਾਲਾਤ ਵੱਧ ਤੋਂ ਬੱਤਰ ਨੇ, ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਨੇ। ਅਤੇ ਗੱਲਬਾਤ ਕਰਾਂਗੇ ਪਰਿਵਾਰ ਦੇ ਮੈਂਬਰਾਂ ਨਾਲ ਅਤੇ ਪੁੱਛਾਂਗੇ ਜਿਹੜੀ ਸਿਆਸਤ ਬਾਰੇ। ਆਓ ਗੱਲਬਾਤ ਕਰਦੇ ਹਾਂ। ਗੱਲਬਾਤ ਕਰਨ ਵਾਲੇ ਸਰਦਾਰ ਲੱਖਾ ਸਿੰਘ ਦੇ ਪੁੱਤਰ ਸਰਦਾਰ ਮੰਗਲਜੀਤ ਸਿੰਘ ਸਾਡੇ ਨਾਲ ਨੇ। ਕੀ ਕਹਿਣਾ ਚਾਹੋਗੇ? 40 ਸਾਲ ਜਿਹੜੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਸਰਦਾਰ ਲੱਖਾ ਸਿੰਘ ਨੇ ਐਮਐਲਏ ਦੇ ਹਲਕਾ ਖਡੂਰ ਸਾਹਿਬ ਵਿੱਚ। ਸਿਆਸਤ ਕਦੋਂ ਸ਼ੁਰੂ ਕੀਤੀ ਸੀ ਸਰਦਾਰ ਲੱਖਾ ਸਿੰਘ ਜੀ? ਗਰੇਵਾਲ ਸਾਹਿਬ, ਸਭ ਤੋਂ ਆਪਣਾ ਡੈਡੀ ਹੋਣਾ ਨੇ 1952 ਦੇ ਵਿੱਚ ਪਾਰਟੀ ਦੀ ਜੁਆਇਨਿੰਗ ਕੀਤੀ, ਅਤੇ ਲੀਡਰੀ ਆਪਣਾ ਵਰਕਰੀ ਤੋਂ ਲੱਗ ਕੇ ਐਮਐਲਏ ਤੱਕ ਉਹਨਾਂ ਨੇ ਬਤੌਰ ਆਪਣੀ ਇਮਾਨਦਾਰੀ ਦੇ ਨਾਲ ਪੂਰੀ ਸੇਵਾ ਕੀਤੀ। 1977 ਦੇ ਵਿੱਚ ਉਹਨਾਂ ਨੇ ਚੰਡੀਗੜ੍ਹ ਜੇਲ੍ਹ ਵੀ ਕੱਟੀ ਸੀ, ਅਤੇ ਬਤੌਰ ਉਹਨਾਂ ਨੂੰ 1980 ਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੇ ਕੇ ਨਵਾਜਿਆ ਗਿਆ ਐਮਐਲਏ ਦੀ। ਅਤੇ ਸਰਦਾਰ ਨਿਰੰਜਨ ਸਿੰਘ ਸਿਰੋਂ ਜਿਹੜੇ ਕਿ ਅਕਾਲੀ ਦਲ ਪਾਰਟੀ ਦੇ ਕੈਂਡੀਡੇਟ, ਉਹਨਾਂ ਨੂੰ ਹਰਾ ਕੇ ਅਤੇ ਹਲਕਾ ਖਡੂਰ ਸਾਹਿਬ ਤੋਂ ਐਮਐਲਏ ਬਣੇ ਸੀ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ 'ਚ ਕਾਂਗਰਸ ਪਾਰਟੀ ਵੱਲੋਂ। ਮੈਨੂੰ ਦੱਸੋ ਵੀ ਜਦੋਂ ਸਰਦਾਰ ਲੱਖਾ ਸਿੰਘ ਨੂੰ ਟਿਕਟ ਅਨਾਉਂਸ ਕਰ ਦਿੱਤੀ ਗਈ ਸੀ, ਉਸ ਟਾਈਮ 'ਤੇ ਹਾਲਾਤ ਕਿਸ ਤਰ੍ਹਾਂ ਦੇ ਸੀ ਪਰਿਵਾਰ ਦੇ? ਇਲੈਕਸ਼ਨ ਲੜਨ ਵਾਸਤੇ ਫੰਡ ਕਿੱਥੋਂ ਮੁਹੱਈਆ ਕਰਵਾਇਆ? ਸਰ ਉਸ ਟਾਈਮ ਦੇ ਹਾਲਾਤ ਜਿਹੜੇ ਸੀ ਘਰ ਦੇ ਬਹੁਤ ਨਾਜ਼ੁਕ ਸੀਗੇ, ਕਿਉਂਕਿ ਡੈਡੀ ਸਾਡੇ ਉਹਨਾਂ ਨੇ ਕੋਈ ਜਿਵੇਂ ਸੋਚਿਆ ਹੀ ਨਹੀਂ ਸੀ ਵੀ ਮੈਨੂੰ ਹਲਕੇ ਐਮਐਲਏ ਆਪਣਾ ਖਡੂਰ ਸਾਹਿਬ ਹਲਕੇ ਤੋਂ ਮੈਂ ਇਲੈਕਸ਼ਨ ਲੜੂੰਗਾ ਜਾਂ ਮੇਰੇ ਐਮਐਲਏ ਜ਼ਿੰਦਗੀ 'ਚ ਬਣੂਗਾ, ਕਿਉਂਕਿ ਆਪਣਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਸੀ ਉਹ ਕਰਦੇ ਸੀਗੇ।
ਬਾਕੀ ਉਹਨਾਂ 'ਚ ਜਨੂੰਨ ਬਹੁਤ ਜ਼ਿਆਦਾ ਹੁੰਦਾ ਸੀ। ਸੁਲਤਾਨਵਿੰਡ ਦਾ ਜਾਂ ਮੰਨ ਲਾ ਸ਼ਹਿਰ ਦਾ ਕੋਈ ਵੀ ਛੋਟਾ ਮੋਟਾ ਕੰਮ ਹੋਣਾ ਤੇ ਉਹਨਾਂ ਨੇ ਕੰਮ ਛੱਡ ਕੇ ਵੀ ਉਸੇ ਵੇਲੇ ਭੱਜ ਕੇ ਆਪਣਾ ਉਹ ਕੰਮ ਕਰਨ ਚੱਲ ਜਾਂਦੇ ਹੁੰਦੇ ਸੀਗੇ। ਮੈਨੂੰ ਦੱਸੋ ਵੀ ਉਸ ਟਾਈਮ ਤੇ ਫੰਡ ਦੀ ਜਿਹੜੀ ਮਤ ਕੀਤੀ ਸੀਗੀ ਇਲੈਕਸ਼ਨਾਂ 'ਚ ਕਿਹਨਾਂ ਨੇ ਕੀਤੀ ਸੀ? ਡੈਡੀ ਉਹਨਾਂ ਨੂੰ ਫੰਡ ਜਿਹੜਾ ਵਾ ਜਦੋਂ ਆਪਣਾ ਹਲਕਾ ਖਡੂਰ ਸਾਹਿਬ ਤੋਂ ਡੈਡੀ ਨੂੰ ਟਿਕਟ ਮਿਲ ਗਈ ਆ, ਇਸ਼ੂ ਹੋ ਗਈ ਆ, ਤੇ ਡੈਡੀ ਹੁਣ ਇੱਦਾਂ ਘਰੇ ਬੈਠੇ ਸੀਗੇ ਤੇ ਇਹੀ ਸੋਚ ਰਹੇ ਸੀਗੇ ਵੀ ਮਤਲਬ ਟਿਕਟ ਤੇ ਮਿਲ ਗਈ ਆ ਤੇ ਪੈਸੇ ਕਿੱਥੋਂ ਲੈ ਕੇ ਆਊਂਗਾ ਮੈਂ, ਪੈਸੇ ਦੇ ਮੇਰੇ ਕੋਲ ਹੈ ਨਹੀਂ ਹਲਕਾ ਖਡੂਰ ਸਾਹਿਬ ਤੋਂ। ਇੱਕ ਮੈਂ ਖਡੂਰ ਸਾਹਿਬ ਹਲਕੇ ਦੇ ਵਿੱਚ ਨਾ ਮੈਂ ਕਦੀ ਗਿਆ ਵਾਂ, ਨਾ ਮੈਨੂੰ ਉੱਥੇ ਕੋਈ ਜਾਣਦਾ, ਨਾ ਪੁੱਛਦਾ ਕੁਛ ਵੀ ਨਹੀਂ, ਨਾ ਮੇਰੇ ਕੋਲ ਪੈਸੇ ਹੈਗੇ ਆ। ਤੇ ਉਸ ਸਮੇਂ ਦੇ ਵਿੱਚ ਸਰ ਆਪਣਾ ਸਰਕਟ ਹਾਊਸ ਤੋਂ ਡਾਕਟਰ ਗਿਆਨੀ ਜੈਲ ਸਿੰਘ ਜੀ ਉਹਨਾਂ ਨੇ ਮੈਸੇਜ ਭੇਜਿਆ ਵੀ ਹਲਕਾ ਸਰਦਾਰ ਲੱਖਾ ਸਿੰਘ ਨੂੰ ਕਹੋ ਵੀ ਮੈਨੂੰ ਸਰਕਟ ਹਾਊਸ ਆ ਕੇ ਮਿਲਣਾ। ਡੈਡੀ ਹੁਣਾਂ ਜਦੋਂ ਇੱਥੇ ਮੈਸੇਜ ਮਿਲਿਆ ਘਰੇ, ਡੈਡੀ ਹੁਣੀ ਉਦੋਂ ਹਲਕਾ ਖਡੂਰ ਸਾਹਿਬ ਜਾ ਕੇ ਆਪਣਾ ਉੱਥੇ ਸਰਕਟ ਹਾਊਸ ਜਦੋਂ ਗਏ, ਉੱਥੇ ਜਾ ਕੇ ਮਿਲੇ ਉਹਨਾਂ ਨੂੰ ਆਪਣਾ ਗਿਆਨੀ ਜੈਲ ਸਿੰਘ ਜੀ ਨੂੰ। ਉਹਨਾਂ ਨੇ 5000 ਰੁਪਈਆ ਦੇ ਕੇ ਤੇ ਉਹਨਾਂ ਨੇ ਪਾਰਟੀ ਫੰਡ ਨੂੰ ਦੇ ਕੇ ਤੇ ਉਹਨਾਂ ਨੂੰ ਕਿਹਾ ਵੀ ਪਾਰਟੀ ਵੱਲੋਂ ਤੁਹਾਡੀ ਹੋਰ ਵੀ ਵੱਧ ਤੋਂ ਵੱਧ ਮਦਦ ਜਿਹੜੀ ਕੀਤੀ ਜਾਊਗੀ, ਤੁਸੀਂ ਆਪਣਾ ਖਡੂਰ ਸਾਹਿਬ ਹਲਕੇ ਤੋਂ ਜਾ ਕੇ ਆਪਣੀ ਵਰਕਰੀ ਕਰੋ ਜਾ ਕੇ। ਠੀਕ ਹੈ ਜੀ। ਮੈਨੂੰ ਦੱਸੋ ਵੀ ਸਰਦਾਰ ਲੱਖਾ ਸਿੰਘ ਨੂੰ ਟਿਕਟ ਕਿਹਨਾਂ ਅਨਾਉਂਸ ਕੀਤੀ ਗਈ ਸੀ ਐਮਐਲਏ ਦੀ? ਹਲਕਾ ਖਡੂਰ ਸਾਹਿਬ ਤੋਂ ਡੈਡੀ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਜਿਹੜੀ ਹੈ ਟਿਕਟ ਜਿਹੜੀ ਹੈ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ ਦੇ ਵਿੱਚ ਅਨਾਉਂਸ ਹੋਈ ਸੀ। ਮੈਨੂੰ ਦੱਸੋ ਵੀ ਜਦੋਂ ਐਮਐਲਏ ਬਣ ਗਏ ਸੀ ਉਸ ਟਾਈਮ ਤੇ ਬਾਅਦ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਸੀ, ਕਿਸ ਤਰ੍ਹਾਂ ਜਿਹੜਾ ਵਰਕਰ ਕੀ ਕੰਮ ਕੀਤਾ, ਇਲਾਕੇ ਵਿੱਚ ਕਿੰਨਾ ਕੁ ਵਿਚਰਦੇ ਰਹੇ ਜੀ? ਦੇਖੋ ਜੀ, ਪਿੰਡ ਸੁਲਤਾਨਵਿੰਡ ਆਪਣੀ ਡੈਡੀ ਹੁਣਾਂ ਦੀ ਰਿਹਾਇਸ਼ ਹੁੰਦੀ ਸੀ। ਇੱਥੋਂ ਖਡੂਰ ਸਾਹਿਬ ਹਲਕੇ ਦੇ ਵਿੱਚ ਜਦੋਂ ਜਾਣਾ ਤੇ ਆਪਣਾ ਜਦੋਂ ਖਡੂਰ ਸਾਹਿਬ ਹਲਕੇ ਵਿੱਚ ਜਾ ਕੇ ਉੱਥੇ ਹਰ ਇੱਕ ਦਾ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੁੰਦੇ। ਜੇ ਕੋਈ ਮੰਨ ਲਓ ਕੋਈ ਵੀ ਕਿਸੇ ਦਾ ਦੁੱਖ ਵਾ ਜਾਂ ਸੁੱਖ ਵਾ ਜਾਂ ਹਲਕੇ ਦਾ ਕੋਈ ਛੋਟਾ ਮੋਟਾ ਕੰਮ ਵੀ ਹੈਗਾ, ਡੈਡੀ ਹੁਣਾਂ ਨੇ ਘਰੋਂ 5 ਵਜੇ ਦੇ 6 ਵਜੇ ਨਾਲ ਘਰੋਂ ਨਿਕਲ ਜਾਣਾ ਵੀ ਨਹੀਂ ਹਲਕਾ ਖਡੂਰ ਸਾਹਿਬ ਲੋਕਾਂ ਨੇ ਮੈਂ ਟਾਈਮ ਦਿੱਤਾ ਵਾ ਤੇ ਮੈਂ ਜਾ ਕੇ ਪਹਿਲਾਂ ਉਹਨਾਂ ਦੀ ਸੁਣਾਈ ਕਰਨੀ ਹੈ ਜਾਂ ਕੋਈ ਵੀ ਕੰਮ ਹੈਗਾ ਜਾਂਦੇ ਹੁੰਦੇ ਸੀ ਇੱਥੋਂ। ਮੈਨੂੰ ਦੱਸੋ ਉਸ ਟਾਈਮ ਤੇ ਸਰਦਾਰ ਲੱਖਾ ਸਿੰਘ ਨੂੰ ਸਰਕਾਰ ਵੱਲੋਂ ਕੀ ਦਿੱਤਾ ਗਿਆ ਸੀ, ਗਨਮੈਨ ਜਾਂ ਹੋਰ ਜਿਹੜੀ ਸੁਵਿਧਾ ਜਿਹੜੀ ਕਿਹਨੀ ਦਿੱਤੀ ਗਈ? ਡੈਡੀ ਹੁਣੀ ਜਦੋਂ ਹਲਕਾ ਖਡੂਰ ਸਾਹਿਬ ਤੋਂ ਐਮਐਲਏ 1980 'ਚ ਬਣੇ ਆ, ਅੰਬੈਸਡਰ ਕਾਰ ਜਿਹੜੀ ਉਦੋਂ ਅੰਬੈਸਡਰ ਕਾਰ ਚੱਲਦੀ ਹੁੰਦੀ ਸਰ, ਰੈੱਡ ਲਾਈਟ ਉੱਪਰ ਲੱਗੀ ਹੁੰਦੀ ਸੀ ਉਦੋਂ। ਤੇ ਉਦੋਂ ਡੈਡੀ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਅੰਬੈਸਡਰ ਕਾਰ ਜਿਹੜੀ ਇਸ਼ੂ ਉਦੋਂ ਹੋਈ ਸੀ ਉਹਨਾਂ ਨੂੰ। ਮੈਨੂੰ ਦੱਸੋ ਵੀ ਉਸ ਟਾਈਮ ਤੇ ਮਾਹੌਲ ਬਹੁਤ ਨਾਜ਼ੁਕ ਸੀ, ਉਸ ਟਾਈਮ ਤੇ ਸਰਦਾਰ ਲੱਖਾ ਸਿੰਘ ਤੇ ਕਿੰਨੀ ਕੁ ਵਾਰੀ ਹਮਲੇ ਹੋਏ ਸੀ? ਸਰ ਡੈਡੀ ਹੁਣਾਂ ਦੇ ਹਲਕਾ ਖਡੂਰ ਸਾਹਿਬ ਦੇ ਵਿੱਚ ਪਿੰਡ ਵੈਰੋਵਾਲ ਅੱਤਵਾਦੀ ਹਮਲਾ ਹੋਇਆ ਸੀਗਾ ਤੇ ਉਹਦੇ ਵਿੱਚ ਡੈਡੀ ਹੁਣਾਂ ਨੂੰ ਗੰਭੀਰ ਜ਼ਖਮੀ ਉਹਨਾਂ ਨੇ ਲੱਤ 'ਤੇ 4 ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਤਾ ਸੀ। ਇੱਕ ਸਾਡਾ ਵਰਕਰ ਸੀ ਉਹਨੂੰ ਵੀ ਇਹਨਾਂ ਨੇ ਡੈਥ ਹੋ ਗਈ ਉਹਦੀ ਵੀ। ਇੱਕ ਸਰ ਸਾਡਾ ਗਨਮੈਨ ਸੀ, ਉਦੋਂ ਗਨਮੈਨ 'ਚ ਉਹਨਾਂ ਨੇ ਗੋਲੀ ਮਾਰਤੀ ਸੀਗੀ, ਉਹ ਵੀ ਹਸਪੀਟਲ ਆ ਕੇ ਡੈਥ ਹੋ ਗਈ ਬਾਅਦ। ਮੈਨੂੰ ਦੱਸੋ ਵੀ ਇਸ ਤੋਂ ਇਲਾਵਾ ਹੋਰ ਵੀ ਹਮਲੇ ਹੋਏ ਸਰਦਾਰ ਲੱਖਾ ਸਿੰਘ ਤੇ? ਡੈਡੀ ਹੁਣਾਂ ਦੇ 1999 ਦੇ ਵਿੱਚ ਇੱਕ ਝੂਠੀ ਅਖਬਾਰ ਦੇ ਵਿੱਚ ਕਿਸੇ ਨੇ ਸਾਜ਼ਿਸ਼ ਦੇ ਨਾਲ ਆਪਣਾ ਖਬਰ ਕੱਢ ਦਿੱਤੀ ਸੀ ਵੀ 99 ਦੇ ਵਿੱਚ ਵੀ ਉਹਨਾਂ ਦਾ ਗੋਂਦਵਾਲ ਸਾਹਿਬ ਗੋਲੀਆਂ ਮਾਰ ਕੇ ਗਨਮੈਨ ਸਮੇਤ ਗੱਡੀ ਉਹਨਾਂ ਦੀ ਆਪਣਾ ਬਲਾਸਟ ਕਰ ਦਿੱਤੀ ਆ। ਤੇ ਜਾਣੀ ਕਿ ਡੈਡੀ ਉਹਨਾਂ ਨੂੰ ਪਤਾ ਕੁਛ ਨਹੀਂ, ਡੈਡੀ ਦੇ ਅੰਮ੍ਰਿਤਸਰ ਘਰੇ ਬੈਠੇ ਤੇ ਖਡੂਰ ਸਾਹਿਬ ਹਲਕਾ ਇੱਥੇ ਗੱਡੀਆਂ ਟਰਾਲੀਆਂ ਭਰ ਕੇ ਘਰ ਆ ਗਿਆ ਵੀ ਅਸੀਂ ਸਾਨੂੰ ਪਤਾ ਲੱਗਾ ਵਾ। ਉਦੋਂ ਟੈਲੀਫੋਨ ਹੀ ਨਹੀਂ ਚੱਲਦੇ ਹੁੰਦੇ, ਅਖਬਾਰ 'ਤੇ ਜਦੋਂ ਖਬਰ ਲੱਗੀ ਆ ਉਦੋਂ ਲੋਕਾਂ ਦੇ ਉਸੇ ਵੇਲੇ ਟ੍ਰਾਂਸਫਰ ਲੱਗਾ ਇੱਥੇ ਲੋਕਾਂ ਦਾ ਹਲਕੇ ਦਾ ਖਡੂਰ ਸਾਹਿਬ ਸ਼ਹਿਰੋਂ ਵੀ ਪਿੰਡੋਂ ਵੀ ਕਿ ਅਸੀਂ ਜਾ ਕੇ ਅਫਸੋਸ ਕਰਕੇ ਡੈਡੀ ਹੁਣ ਇੱਥੇ ਘਰ ਬੈਠੇ ਅਖਬਾਰ ਪੜ੍ਹਦੇ ਕਹਿੰਦੇ ਵੀ ਮੈਨੂੰ ਤੇ ਆਪ ਪਤਾ ਵਾ ਵੀ ਚਲੋ ਝੂਠੀ ਅਫਵਾਹ ਕਿਸੇ ਨੇ ਡਾਰ ਦਿੱਤੀ ਆ ਤੇ ਚਲੋ ਉਦੋਂ ਵੀ ਲਾਗਤਬਾਜ਼ੀ ਦੇ ਨਾਲ ਲਾ ਲਓ ਜਾਂ ਕਿੱਦਾਂ ਲਾ ਲਓ ਤੁਸੀਂ, ਕੋਈ ਪਰ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ ਹੈਗੀ ਕੋਈ ਵੀ। ਮੈਨੂੰ ਦੱਸੋ ਵੀ ਸਰਦਾਰ ਜੀ, ਜਦੋਂ ਸਰਦਾਰ ਲੱਖਾ ਸਿੰਘ ਐਮਐਲਏ ਬਣੇ ਸੀ, ਜਿਸ ਘਰ ਅਸੀਂ ਬੈਠੇ ਅਸੀਂ, ਇਸ ਘਰ ਵਿੱਚ ਕਿੰਨੀ ਕੁ ਚਹਿਲ ਪਹਿਲ ਸੀ? ਅਸੀਂ ਦੇਖ ਰਹੇ ਹਾਂ ਅੱਜ ਤੇ ਇਸ ਪਰਿਵਾਰ ਘਰ ਦੇ ਬਹੁਤ ਹਾਲਾਤ ਮਾੜੇ ਨੇ, ਕੋਈ ਨਹੀਂ ਆ ਜਾ ਰਿਹਾ। ਉਸ ਟਾਈਮ ਤੇ ਕਿੰਨੀ ਕੁ ਚਹਿਲ ਪਹਿਲ ਸੀ? ਕੌਣ ਕੌਣ ਇਸ ਮੰਤਰੀ ਜਾਂ ਕੋਈ ਰਾਜਨੇਤਾ ਇਸ ਘਰ ਵਿੱਚ ਆਇਆ ਸੀ? ਸਰ ਮੈਂ ਉਦੋਂ ਛੋਟਾ ਹੁੰਦਾ ਸੀਗਾ, ਮੇਰੇ ਵੇਖਣ ਦੀ ਗੱਲ ਵਾ ਇਸ ਘਰ ਦੇ ਵਿੱਚ ਸਰ ਦਿਨ ਚੜ੍ਹਦੇ ਨਾਲ ਮੇਲਾ ਲੱਗ ਜਾਂਦਾ। ਜਿੱਦਾਂ ਆਪਾਂ ਮੇਲਾ ਕਹਿ ਦਈਏ ਨਾ, ਮੇਲਾ ਕਹਿ ਦਈਏ ਆਪਾਂ ਮੰਨ ਲਓ, ਤੇ ਮੇਲਾ ਜਿਹੜਾ ਹੈਗਾ ਹਲਕੇ ਦੇ ਆਪਣਾ ਜਿੰਨੇ ਵੀ ਸਾਡੇ ਵਰਕਰ ਵਾ ਜਾਂ ਪਿੰਡ ਸੁਲਤਾਨਵਿੰਡ ਤੋਂ ਜਾਂ ਕੋਈ ਸ਼ਹਿਰੋਂ ਆ, ਡੈਡੀ ਉਹਨਾਂ ਜਦੋਂ ਚੰਡੀਗੜ੍ਹੋਂ ਆਉਣਾ ਤੇ ਜਿਹੜਾ ਇੱਥੇ ਮੇਲੇ ਵਾਲਾ ਹਿਸਾਬ ਤਾਂ ਬਣ ਜਾਂਦਾ, ਜਿਹੜਾ ਵੀ ਆਉਣਾ ਵਾ ਡੈਡੀ ਉਹਨੇ ਕਹਿਣਾ ਵੀ ਚਾਹ ਤੋਂ ਰੋਟੀ ਤੋਂ ਬਗੈਰ ਮੈਂ ਘਰੋਂ ਨਹੀਂ ਜਾਣ ਦੇਣਾ। ਪਰ ਇਹ ਸੋ ਵੀ ਅੱਜ ਬੜੇ ਹਾਲਾਤ ਮਾੜੇ ਹੋ ਗਏ ਨੇ, ਤੇ ਉਸ ਟਾਈਮ ਤੇ ਰਾਜਨੇਤਾ ਜਾਂ ਉਸ ਟਾਈਮ ਤੇ ਜਿਹੜੇ ਮੰਤਰੀ ਹੁੰਦੇ ਸੀ, ਮੁੱਖ ਮੰਤਰੀ ਸੀ, ਕੌਣ ਕੌਣ ਇਸ ਘਰ ਵਿੱਚ ਆਉਂਦਾ ਰਿਹਾ? ਸਰ ਜਦੋਂ ਡੈਡੀ ਹੁਣੀ 1980 'ਚ ਐਮਐਲਏ ਬਣੇ ਨੇ, ਸਭ ਤੋਂ ਪਹਿਲਾਂ ਇਸ ਘਰ ਦੇ ਵਿੱਚ ਸਰਦਾਰ ਦਰਬਾਰਾ ਸਿੰਘ ਜੀ ਸੀਐਮ ਸਾਹਿਬ ਜਦੋਂ ਬਣੇ ਇਸ ਘਰ 'ਚ ਆਏ ਸੀਗੇ। ਹਾਂਜੀ, ਤੇ ਉਤੋਂ ਆਪਣਾ ਸਰਦਾਰ ਮਨਜਿੰਦਰਜੀਤ ਸਿੰਘ ਬਿੱਟਾ ਜੀ ਇਸ ਘਰ ਦੇ ਵਿੱਚ ਆਏ ਨੇ, ਤੇ ਸਰਦਾਰ ਬੇਅੰਤ ਸਿੰਘ ਜੀ 1992 'ਚ ਜਦੋਂ ਸੀਐਮ ਸਾਹਿਬ ਬਣੇ ਨੇ ਉਹ ਵੀ ਇਸ ਘਰ ਦੇ ਵਿੱਚ ਆਏ ਨੇ। ਇੱਕ ਹੋਰ ਬੇਨਤੀ ਸਰ, ਇੱਕ ਸਾਡੇ ਸੁਲਤਾਨਵਿੰਡ ਪਿੰਡ ਜਿਹੜਾ ਵਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸਿਕ ਪਿੰਡ ਵਾ ਸਾਡਾ,
ਤੇ ਸੀਐਮ ਸਾਹਿਬ ਜਦੋਂ 1992 ਦੇ ਵਿੱਚ ਜਦੋਂ ਇੱਥੇ ਘਰੇ ਆਏ ਸੀਗੇ ਤੇ ਡੈਡੀ ਹੁਣੀ ਸੁਲਤਾਨਵਿੰਡ ਮੱਥਾ ਟੇਕਣ ਜਦੋਂ ਨਾਲ ਗਏ ਸੀਐਮ ਸਾਹਿਬ ਜਦੋਂ ਸੀਐਮ ਸਾਹਿਬ ਸਰਦਾਰ ਬੇਅੰਤ ਸਿੰਘ ਜੀ ਨੇ ਡੈਡੀ ਉਹਨਾਂ ਨੂੰ ਕਿਹਾ ਵੀ ਮਤਲਬ ਤੇਰੇ ਪਿੰਡ ਵਾਸਤੇ ਦੱਸੋ ਮੈਂ ਕੀ ਦੇਣ ਦੇਵਾਂ ਤੇ ਡੈਡੀ ਹੁਣੇ ਉਦੋਂ ਹਾਲਾਤ ਮਾੜੇ ਸੀਗੇ ਉਦੋਂ ਡੈਡੀ ਹੁਣੇ ਕਹਿੰਦੇ ਵੀ ਮੈਂ ਜਾਣੀ ਕਿ ਪਿੰਡ ਦੀਆਂ ਸਾਡੀਆਂ ਬੱਚੀਆਂ ਨੇ ਸਾਡੀਆਂ ਧੀਆਂ ਭੈਣਾਂ ਨੇ ਉਹ ਟਾਂਗਿਆਂ ਦੇ ਬਹਿ ਕੇ ਸ਼ਹਿਰ ਜਾਂਦੀਆਂ ਨੇ ਤੇ ਮਤਲਬ ਇਹ ਜਿਹੜਾ ਸਾਡਾ ਸਕੂਲ ਵਾ 8ਵੀਂ ਦਾ ਵਾ ਤੇ ਇਹਨੂੰ +2 ਦਾ ਕਰਵਾ ਦਿਓ ਉਦੋਂ ਤੇ ਸੀਐਮ ਸਾਹਿਬ ਨੇ ਉਸੇ ਵੇਲੇ ਰਿਕਮੈਂਡ ਕਰਵਾ ਕੇ ਕਹਿੰਦੇ ਵੀ ਜਿਹੜਾ ਪਿੰਡ ਵਾ ਸੁਲਤਾਨਵਿੰਡ ਦਾ ਸਕੂਲ ਤੇ ਆਪਣਾ ਬੇਟੀਆਂ ਦਾ ਤੇ ਇਹਨਾਂ ਨੂੰ ਜਿਹੜਾ +2 ਦਾ ਕਰਵਾ ਕੇ ਉਹਨੂੰ ਦਿੱਤਾ ਸੀਗਾ ਸਰਦਾਰ ਬੇਅੰਤ ਸਿੰਘ ਦੇ ਕੋਲੋਂ। ਅਸੀਂ ਦੇਖ ਰਹੇ ਹਾਂ ਵੀ ਜੇਕਰ ਕੋਈ ਸਰਪੰਚ ਵੀ ਰਾਜਨੀਤੀ ਵਿੱਚ ਜਾਂਦਾ ਵਾ ਤੇ ਉਸ ਦੇ ਘਰ ਦੇ ਹਾਲਾਤ ਬਹੁਤ ਚੰਗੇ ਹੁੰਦੇ ਨੇ। ਪਰ ਅਸੀਂ ਦੇਖਦੇ ਹਾਂ ਵੀ ਐਮਐਲਏ ਰਹੇ ਨੇ ਸਰਦਾਰ ਲੱਖਾ ਸਿੰਘ 40 ਸਾਲ ਪਾਰਟੀ ਦੀ ਸੇਵਾ ਕੀਤੀ ਨੇ, ਅੱਜ ਹਾਲਾਤ ਕਿਉਂ ਵੱਧ ਤੋਂ ਬੱਤਰ ਹੋਏ ਪਏ ਨੇ ਪਰਿਵਾਰ? ਸਰ ਬੇਨਤੀ ਇਹ ਆ ਵੀ ਵੇਖੋ ਡੈਡੀ ਹੁਣੀ ਜੋ ਮਰਜ਼ੀ ਇਸ ਘਰ ਦੇ ਵਿੱਚ ਬਣਾ ਸਕਦੇ ਇਹ ਇੱਥੋਂ ਛੋੜਾ ਭਾਵੇਂ ਚੰਡੀਗੜ੍ਹ ਕੋਠੀ ਪਾ ਸਕਦੀ ਉਸ ਸਮੇਂ ਦੇ ਵਿੱਚ ਪਰ ਉਹਨਾਂ ਨੇ ਆਪਣੀ ਜਿਹੜੀ ਆ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਪਾਰਟੀ ਵੱਲੋਂ ਜਾਂ ਜਿੱਦਾਂ ਵੀ ਉਹਨਾਂ ਨੇ ਆਪਣੀ ਇਮਾਨਦਾਰੀ ਦੇ ਨਾਲ ਸੇਵਾ ਕੀਤੀ 40 ਸਾਲ ਉਹਨਾਂ ਨੇ ਸੇਵਾ ਕੀਤੀ ਕਿਸੇ ਦੇ ਕੋਲੋਂ ਕੋਈ ਵੀ ਇਹੋ ਜਿਹੀ ਗੱਲਬਾਤ ਨਹੀਂ ਭਾਵੇਂ ਚੰਡੀਗੜ੍ਹ ਦਾ ਵੀ ਹਲਕੇ ਦੇ ਬੰਦੇ ਦਾ ਜਾਂ ਕਿਸੇ ਦਾ ਵੀ ਜੋ ਮਰਜ਼ੀ ਬਣਾ ਸਕਦੇ ਸੀਗੇ ਉਸ ਸਮੇਂ ਦੇ ਵਿੱਚ ਤੁਹਾਨੂੰ ਪਤਾ 1980 ਦੇ ਵਿੱਚ ਜੋ ਮਰਜ਼ੀ ਆਪਣਾ ਬਣਾ ਸਕਦੇ ਪਰ ਇਸ ਵਾਸਤੇ ਇਸ ਕੰਮ ਵੱਲ ਉਹਨਾਂ ਦਾ ਧਿਆਨ ਨਹੀਂ ਸੀ ਕੋਈ ਵੀ ਹੈਗਾ ਵੀ ਨਹੀਂ ਕੋਈ ਗੱਲ ਨਹੀਂ ਮੈਂ ਇਹੋ ਜਿਹਾ ਕੰਮ ਕਰਨਾ ਹੀ ਨਹੀਂ ਆ। ਸਾਨੂੰ ਇਹ ਵੀ ਪਤਾ ਲੱਗਾ ਵੀ ਇਸ ਘਰ ਦੇ ਉੱਤੇ ਵੀ ਜਿਹੜਾ ਹਮਲਾ ਹੋਇਆ ਸੀ ਉਸ ਟਾਈਮ ਤੇ ਬਾਰ-ਬਾਰ ਬੱਚੇ ਸੀ ਉਸ ਟਾਈਮ ਦੀ ਕੀ ਘਟਨਾ ਸੀ? ਹਾਂਜੀ ਸਰ ਇਸ ਘਰ ਦੇ ਵਿੱਚ ਅਕਸਰ ਜਾਣੀ ਕਿ ਪਤਾ ਗੱਲ ਡੈਡੀ ਹੁਣੀ ਮੰਮੀ ਹੁਣੀ ਜਦੋਂ ਪਰਿਵਾਰ ਦੇ ਵਿੱਚ ਸਾਰੇ ਜਾਣੇ ਬੈਠੇ ਹੁੰਦੇ ਸੀਗੇ ਤੇ ਉਹ ਗੱਲਾਂ ਚੱਲਦੀਆਂ ਹੁੰਦੀਆਂ ਸੀਗੀਆਂ ਵੀ ਇਸ ਘਰ ਦੇ ਵਿੱਚ ਜਿਹੜਾ ਵਾ ਬੰਬ ਸੁੱਟਿਆ ਗਿਆ ਸੀ ਅੱਤਵਾਦੀਆਂ ਵੱਲੋਂ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਵਾ ਉਹ ਰੇਤਾਂ ਉੱਪਰ ਡਿੱਗਣ ਕਰਕੇ ਬਲਾਸਟ ਨਹੀਂ ਸੀ ਹੋਇਆ ਚਲੋ ਅਸੀਂ ਸਾਡਾ ਉਹਦਾ ਬਚਾਅ ਹੋ ਗਿਆ। ਤੇ ਮੈਨੂੰ ਇਹ ਦੱਸੋ ਵੀ ਪਰਿਵਾਰ ਵਿੱਚ ਤੁਹਾਡੇ ਕੌਣ ਆ ਪਰਿਵਾਰਕ ਮੈਂਬਰ ਦੱਸੋ ਘਰ ਦੀ ਕਿੰਨੇ ਜੀ ਆ ਤੁਸੀਂ ਕਿੰਨੀ ਫੈਮਿਲੀ ਨਾਂ ਦੱਸੋ ਆਪਣੇ ਪਰਿਵਾਰ ਦਾ? ਅਸੀਂ ਸਰ ਮੈਂ ਇੱਕ ਮੇਰੀ ਆਪਣਾ ਛੋਟੀ ਬੇਟੀ ਹੈ ਮੇਰੀ ਵਾਈਫ ਆ ਇੱਕ ਮੇਰਾ ਸਰ ਬੇਟਾ ਸੀ 17 ਸਾਲ ਦਾ ਉਹ ਆਪਣਾ ਇਕੱਲਾ ਮੇਰਾ ਬੇਟਾ ਹੈ ਸਰ ਅਚਾਨਕ ਐਕਸੀਡੈਂਟ ਹੋਣ ਕਰਕੇ ਸਰ 1 ਮਾਰਚ ਨੂੰ ਉਹਦੀ ਡੈਥ ਹੋ ਗਈ ਆ ਤੇ 2 ਮੇਰੇ ਸਿਸਟਰ ਨੇ। ਮੈਨੂੰ ਦੱਸੋ ਵੀ ਤੁਸੀਂ ਕੰਮ ਕੀ ਕਰਦੇ ਹੋ? 40 ਸਾਲ ਤੁਹਾਡੇ ਪਰਿਵਾਰ ਨੇ ਸੇਵਾ ਕੀਤੀ ਹੈ ਤੁਹਾਡੇ ਪਿਤਾ ਜੀ ਨੇ ਤੁਸੀਂ ਅੱਜ ਤੱਕ ਜਿਹੜੀ ਆ ਪਾਰਟੀ ਨੂੰ ਜਾ ਕੇ ਕੋਈ ਗੁਜ਼ਾਰਿਸ਼ ਨਹੀਂ ਕੀਤੀ ਵੀ ਭਾਈ ਸਾਨੂੰ ਤਰਸੇਦਾਰ ਤੇ ਨੌਕਰੀ ਦਿੱਤੀ ਜਾਵੇ ਜਾਂ ਕੀ ਗੱਲ? ਉਹ ਸਰ ਇਹ ਬੇਨਤੀ ਇਹ ਹੈ ਜੀ ਮੈਂ ਕੁਝ ਘਰ ਦੇ ਮਾੜੇ ਹਾਲਾਤ ਹੋਣ ਕਰਕੇ ਮੈਂ ਗਾਂ ਪੈਰਵਾਈ ਨਹੀਂ ਕਰ ਸਕਿਆ ਤੇ ਮੈਂ ਤੁਹਾਨੂੰ ਪਤਾ ਇਹ ਕੰਮ ਹੁੰਦਾ ਵਾ ਥੋੜ੍ਹਾ ਜਿਹਾ ਵਿਹਲੇ ਵਾਲਾ ਕੰਮ ਲਾ ਲਓ ਜਾਂ ਗੁੰਜਾਇਸ਼ ਵਾਲਾ ਕੰਮ ਮੇਰੇ ਕੋਲ ਗੁੰਜਾਇਸ਼ ਕਰਕੇ ਲਾ ਲਓ ਜਾਂ ਮੇਰੀ ਮਜਬੂਰੀ ਕਰਕੇ ਲਾ ਲਓ ਜਾਂ ਕਿੱਦਾਂ ਵੀ ਮੈਂ ਕੁਝ ਘਰ ਦੇ ਹਾਲਾਤ ਖਰਾਬ ਹੋਣ ਕਰਕੇ ਮੇਰੇ ਕੋਲ ਗਾਂ ਪਾਰਟੀ ਦੇ ਨਾਲ ਨਾ ਤੁਰ ਸਕਿਆ ਮੈਂ ਨਾ ਮੈਂ ਕੋਈ ਗਾਂ ਵੱਧ ਸਕਿਆ। ਮੈਨੂੰ ਦੱਸੋ ਵੀ 2004 ਤੁਹਾਡੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ ਸਰਦਾਰ ਲੱਖਾ ਸਿੰਘ ਦੀ ਉਸ ਤੋਂ ਬਾਅਦ ਤੁਸੀਂ ਸਿਆਸਤ ਜਿਹੜੀ ਹੈ ਛੱਡ ਦਿੱਤੀ ਰਾਜਨੀਤੀ ਵਿੱਚ ਜਿਹੜਾ ਤੁਸੀਂ ਪੈਰ ਰੱਖਿਆ? ਡੈਡੀ ਹੁਣਾਂ ਦੇ ਜਦੋਂ ਹਲਕਾ ਖਡੂਰ ਸਾਹਿਬ ਜਿੱਥੋਂ ਵੀ ਮੈਂ ਨਾਲ ਖੁਦ ਡੈਡੀ ਹੁਣਾਂ ਦੇ ਨਾਲ ਜਾਂਦਾ ਹੁੰਦਾ ਸੀਗਾ ਹਲਕਾ ਖਡੂਰ ਸਾਹਿਬ ਵਿੱਚ ਮੈਂ ਅੱਜ ਵੀ ਮਤਲਬ ਹਲਕਾ ਖਡੂਰ ਸਾਹਿਬ ਦੇ ਵਿੱਚ ਡੈਡੀ ਨੂੰ ਜਾਣ ਪਛਾਣ ਅੱਜ ਵੀ ਪੂਰੀ ਹੈਗੀ ਮੈਨੂੰ ਅੱਜ ਵੀ ਪੂਰਾ ਪਤਾ ਵੀ ਕਿਹੜਾ ਪਿੰਡ ਕਿੱਥੇ ਹੈਗਾ ਠੀਕ ਹੈ ਜੀ। ਮੈਂ ਡੈਡੀ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਵਿੱਚ ਕੋਈ ਵੀ ਥਾਣੇ ਦਾ ਕੋਈ ਮਤਲਬ ਥੱਲੇ ਦਾ ਕੋਈ ਛੋਟੇ ਤਹਿਸੀਲਦਾਰ ਦਾ ਲਾ ਲਓ ਜਾਂ ਕਿਸੇ ਲੈਵਲ ਦਾ ਵੀ ਕੰਮ ਹੁੰਦਾ ਸੀ ਨਾਲ ਡੈਡੀ ਹੁਣਾਂ ਦਾ ਮੈਂ ਨਾਲ ਹੀ ਹੁੰਦਾ ਸੀਗਾ। ਬਾਕੀ ਥੋੜ੍ਹਾ ਜਿਹਾ ਸਰਕਲ ਇੱਦਾਂ ਹੋ ਗਿਆ ਵੀ ਡੈਡੀ ਹੁਣਾਂ ਨੂੰ ਪਹਿਲਾਂ ਚੰਡੀਗੜ੍ਹ ਅਟੈਕ ਹੋ ਗਿਆ ਉਹਨਾਂ ਨੂੰ ਇੱਕ ਸ਼ੂਗਰ ਸੀ ਡੈਡੀ ਉਹਨਾਂ ਨੂੰ ਅਟੈਕ ਹੋਣ ਕਰਕੇ ਡੈਡੀ ਹੁਣੀ ਜਿਹੜਾ ਥੋੜ੍ਹੀ ਉਹਨਾਂ ਦੀ ਹਾਲਤ ਨਾਜ਼ੁਕ ਹੋਣ ਲੱਗ ਪਈ ਇੱਕ ਉਹਨਾਂ ਦੀਆਂ ਕਿਡਨੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਥੋੜ੍ਹਾ ਡੈਮੇਜ ਹੋ ਗਈਆਂ ਤੇ ਉਹਦੇ ਕਾਰਨ ਜਿਹੜਾ ਵਾ 2004 ਦੇ ਵਿੱਚ ਮੇਰੇ ਪਿਤਾ ਜੀ ਦੀ ਡੈਥ ਹੋ ਗਈ। ਮੈਨੂੰ ਇਹ ਦੱਸੋ ਵੀ ਰਾਜਨੇਤਾ ਬਹੁਤ ਨੇ ਤੁਸੀਂ ਸਾਨੂੰ ਵੀ ਪਤਾ ਲੱਗਾ ਪਰ ਤੁਸੀਂ ਮੁੱਖ ਮੰਤਰੀ ਪੰਜਾਬ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਸੀ ਤਰਸੇ ਆਧਾਰ ਤੇ ਨੌਕਰੀ ਵਾਸਤੇ ਉਹ ਮਨਜ਼ੂਰ ਹੋਈ ਹੈ ਕਿ ਨਹੀਂ ਹਜੇ ਤੱਕ? ਨਹੀਂ ਸਰ ਮਤਲਬ ਮੈਂ ਆਪਣੇ ਜਿਹੜੀ ਤਰਸ ਦੇ ਆਧਾਰ ਤੇ ਜਿਹੜੀ ਚਿੱਠੀ ਲਿਖੀ ਸਾਨੂੰ ਸੀਐਮ ਸਾਹਿਬ ਤੇ ਪੂਰਾ ਵਿਸ਼ਵਾਸ ਆ ਕਿ ਸਾਡੀ ਜਿਹੜੀ ਗੁਜ਼ਾਰ ਵਾ ਸਾਡੀ ਤਰਸ ਦੇ ਆਧਾਰ ਤੇ ਜਿਹੜੀ ਸਾਡੀ ਬੇਨਤੀ ਅਸੀਂ ਸੀਐਮ ਸਾਹਿਬ ਨੂੰ ਕੀਤੀ ਹੈ ਤੇ ਕਿੱਦਾਂ ਵੀ ਆ ਤੇ ਸਾਡੀ ਜੁੜੀ ਪ੍ਰਵਾਨ ਕਰਨਗੇ। ਕੀ ਕਹਿਣਾ ਚਾਹੋਗੇ? ਅੰਮ੍ਰਿਤਸਰ 'ਚ ਵੀ ਬਹੁਤ ਮੰਤਰੀ ਨੇ ਐਮਐਲਏ ਨੇ ਤੁਹਾਡੀ ਆਵਾਜ਼ ਮੁੱਖ ਮੰਤਰੀ ਤੱਕ ਪਹੁੰਚਾ ਸਕਦੀ ਨੇ ਕੀ ਤੁਸੀਂ ਗੁਜ਼ਾਰਿਸ਼ ਕੀ ਕਰਦੇ ਕੀ ਕਹਿਣਾ ਚਾਹੋਗੇ? ਅਸੀਂ ਤਾਂ ਸਰ ਇਹੋ ਹੀ ਬੇਨਤੀ ਮੇਰੀ ਇਹ ਵੀ ਮੈਂ ਚਲੋ ਡੈਡੀ ਹੁਣਾਂ ਨੇ 40 ਸਾਲ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕੀਤੀ ਹੈ ਜੀ ਚਲੋ ਸਾਡਾ ਜੋ ਹੱਕ ਬਣਦਾ ਸਾਨੂੰ ਮਿਲਣਾ ਚਾਹੀਦਾ ਵਾ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਸੀ ਸਰਦਾਰ ਲੱਖਾ ਸਿੰਘ ਦੇ ਜਿਹੜੇ ਕਿ ਪੁੱਤਰ ਨੇ ਜਿਨ੍ਹਾਂ ਨੇ ਦੱਸਿਆ ਵੀ ਸਰਦਾਰ ਲੱਖਾ ਸਿੰਘ ਨੇ 40 ਸਾਲ ਜਿਹੜੀ ਆ ਐਮਐਲਏ ਜਿਹੜੀ ਸੇਵਾ ਕੀਤੀ ਆ ਕਾਂਗਰਸ ਪਾਰਟੀ ਵਿੱਚ ਹਲਕਾ ਖਡੂਰ ਸਾਹਿਬ ਤੋਂ ਪਰ ਅੱਜ ਘਰ ਦੇ ਜਿਹੜੇ ਹਾਲਾਤ ਨੇ ਬਦ ਤੋਂ ਬੱਤਰ ਨੇ। ਉਹਨਾਂ ਕਿਹਾ ਵੀ ਕਾਂਗਰਸ ਪਾਰਟੀ ਨੂੰ ਬੇਨਤੀ ਕੀਤੀ ਹੈ ਵੀ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਵੀ ਇਸ ਨਾਲ ਇਹਨਾਂ ਨੂੰ ਜਿਹੜੇ ਵਾ ਤਰਸੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਤਾਂ ਜੋ ਕਿ ਇਸ ਪਰਿਵਾਰ ਦੇ ਜਿਹੜੇ ਹਾਲਾਤ ਚੰਗੇ ਹੋ ਸਕਣ। ਮੈਨੂੰ ਦਿਓ ਇਜਾਜ਼ਤ ਮੈਂ ਹਰਜੀਤ ਗਰੇਵਾਲ ਪ੍ਰਾਈਮ ਟੀਵੀ ਲਈ ਅੰਮ੍ਰਿਤਸਰ।